ਓਮ ਸ਼੍ਰੀ ਸਾਈ ਨਾਥਾਏ ਨਮः। ਅਧਿਆਇ 6। ਗੁਰੂ ਦੇ ਹੱਥਾਂ ਦੀ ਛੋਹ ਦੇ ਗੁਣ। ਰਾਮਨੌਮੀ ਉਤਸਵ, ਚੰਦਨ ਸਮਾਰੋਹ, ਉਰਸ ਅਤੇ ਰਾਮਨੌਮੀ ਦਾ ਏਕੀਕਰਨ, ਮਸਜਿਦ ਦੀ ਮੁਰੰਮਤ। ਗੁਰੂ ਦੇ ਹੱਥਾਂ ਦੀ ਛੋਹ ਦੇ ਗੁਣ। ਜਦੋਂ ਸਤਿਗੁਰੂ ਹੀ ਬੇੜੀ ਦੇ ਮਲਾਹ ਹਨ ਤਾਂ ਇਹ ਯਕੀਨਨ ਹੈ ਕਿ ਖੈਰੀਅਤ ਅਤੇ ਆਸਾਨੀ ਨਾਲ ਇਸ ਭਵਸਾਗਰ ਦੇ ਪਾਰ ਉਤਾਰ ਦੇਣਗੇ। ਸਤਿਗੁਰੂ ਸ਼ਬਦ ਉਚਾਰਨ ਕਰਦੇ ਹੀ ਮੈਨੂੰ ਸ਼੍ਰੀ ਸਾਈਂ ਦੀ ਯਾਦ ਆ ਰਹੀ ਹੈ। ਇਵੇਂ ਪ੍ਰਤੀਤ ਹੁੰਦਾ ਹੈ ਕਿ ਉਹ ਆਪ ਮੇਰੇ ਸਾਹਮਣੇ ਖੜੇ ਹਨ ਅਤੇ ਮੇਰੇ ਮੱਥੇ 'ਤੇ ਊਦੀ ਲਗਾ ਰਹੇ ਹਨ। ਦੇਖੋ ਦੇਖੋ, ਉਹ ਆਪਣਾ ਮਿਹਰ ਭਰਿਆ ਹੱਥ ਮੇਰੇ ਮੱਥੇ 'ਤੇ ਰੱਖ ਰਹੇ ਹਨ। ਹੁਣ ਮੇਰਾ ਦਿਲ ਖੁਸ਼ੀ ਨਾਲ ਭਰ ਗਿਆ ਹੈ। ਮੇਰੀਆਂ ਅੱਖਾਂ ਵਿੱਚ ਪ੍ਰੇਮ ਦੇ ਅਥਰੂ ਵਗ ਰਹੇ ਹਨ। ਸਤਿਗੁਰੂ ਦੀ ਛੋਹ ਦੀ ਸ਼ਕਤੀ ਮਹਾਨ ਅਤੇ ਹੈਰਾਨੀਜਨਕ ਹੈ। ਲਿੰਗ ਸਰੀਰ ਜਿਹੜਾ ਸੰਸਾਰ ਨੂੰ ਭਸਮ ਕਰਨ ਵਾਲੀ ਅੱਗ ਨਾਲ ਵੀ ਨਸ਼ਟ ਨਹੀਂ ਹੁੰਦਾ ਹੈ, ਉਹ ਗੁਰੂ ਦੇ ਹੱਥਾਂ ਦੀ ਛੋਹ ਨਾਲ ਇੱਕ ਪਲ ਵਿੱਚ ਹੀ ਨਸ਼ਟ ਹੋ ਜਾਂਦਾ ਹੈ। ਕਈ ਜਨਮਾਂ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਇੱਦਾਂ ਦੇ ਆਦਮੀ ਜਿਨ੍ਹਾਂ ਨੂੰ ਧਾਰਮਿਕ ਅਤੇ ਈਸ਼ਵਰ ਦੇ ਪ੍ਰਸੰਗਾਂ ਵਿੱਚ ਕੋਈ ਰੁਚੀ ਨਹੀਂ ਹੁੰਦੀ, ਉਹਨਾਂ ਦੇ ਵੀ ਮਨ ਟਿਕ ਜਾਂਦੇ ਹਨ। ਸ਼੍ਰੀ ਸਾਈਂ ਬਾਬਾ ਦੇ ਮਨੋਹਰ ਰੂਪ ਦੇ ਦਰਸ਼ਨ ਕਰਕੇ ਗਲਾ ਖੁਸ਼ੀ ਨਾਲ ਭਰ ਜਾਂਦਾ ਹੈ। ਅੱਖਾਂ ਵਿੱਚੋਂ ਅਥਰੂਆਂ ਦੀ ਧਾਰ ਵਗਣ ਲੱਗ ਪੈਂਦੀ ਹੈ ਅਤੇ ਜਦੋਂ ਦਿਲ ਭਾਵਾਂ ਨਾਲ ਭਰ ਜਾਂਦਾ ਹੈ ਤਾਂ ਸੋਹਮ ਭਾਵ ਜਾਗ ਕੇ ਆਤਮਾ ਅਨੁਭਵ ਦਾ ਆਨੰਦ ਮਹਿਸੂਸ ਹੋਣ ਲੱਗਦਾ ਹੈ। ਮੈਂ ਅਤੇ ਤੂੰ ਦਾ ਭੇਦ ਨਸ਼ਟ ਹੋ ਜਾਂਦਾ ਹੈ ਅਤੇ ਇੱਕਦਮ ਬ੍ਰਹਮਾ ਨਾਲ ਅਭਿੰਨਤਾ ਪ੍ਰਾਪਤ ਹੋ ਜਾਂਦੀ ਹੈ। ਜਦੋਂ ਮੈਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਦਾ ਹਾਂ ਤਾਂ ਪਲ ਪਲ ਵਿੱਚ ਸਤਿਗੁਰੂ ਦੀ ਯਾਦ ਆ ਜਾਂਦੀ ਹੈ। ਬਾਬਾ ਰਾਮ ਜਾਂ ਕ੍ਰਿਸ਼ਨ ਦਾ ਰੂਪ ਧਾਰ ਕੇ ਮੇਰੇ ਸਾਹਮਣੇ ਖੜੇ ਹੋ ਜਾਂਦੇ ਹਨ ਅਤੇ ਆਪ ਹੀ ਆਪਣੀ ਜੀਵਨ ਕਥਾ ਮੈਨੂੰ ਸੁਣਾਉਣ ਲੱਗਦੇ ਹਨ। ਭਾਵ ਜਦੋਂ ਮੈਂ ਭਾਗਵਤ ਦਾ ਸ਼ਰਵਣ ਕਰਦਾ ਹਾਂ ਤਾਂ ਸ਼੍ਰੀ ਕ੍ਰਿਸ਼ਨ ਦਾ ਸਰੂਪ ਧਾਰ ਲੈਂਦੇ ਹਨ ਅਤੇ ਉਦੋਂ ਮੈਨੂੰ ਇੱਦਾਂ ਲੱਗਦਾ ਹੈ ਕਿ ਉਹ ਭਾਗਵਤ ਜਾਂ ਭਗਤਾਂ ਦੇ ਕਲਿਆਣ ਲਈ ਉਧਵ ਗੀਤਾ ਸੁਣਾ ਰਹੇ ਹਨ। ਜਦੋਂ ਕਦੀ ਮੈਂ ਕਿਸੇ ਨਾਲ ਗੱਲਬਾਤ ਕਰਦਾ ਹਾਂ ਤੇ ਮੈਂ ਬਾਬਾ ਦੀਆਂ ਕਥਾਵਾਂ ਨੂੰ ਧਿਆਨ ਵਿੱਚ ਰੱਖਦਾ ਹਾਂ, ਜਿਸ ਨਾਲ ਉਹਨਾਂ ਦਾ ਠੀਕ ਅਰਥ ਸਮਝਾਉਣ ਵਿੱਚ ਸਫਲ ਹੋ ਸਕਾਂ। ਇੱਕ ਸ਼ਬਦ ਜਾਂ ਵਾਕ ਦੀ ਰਚਨਾ ਵੀ ਨਹੀਂ ਕਰ ਸਕਦਾ, ਪਰ ਜਦੋਂ ਉਹ ਆਪ ਕਿਰਪਾ ਕਰਕੇ ਮੇਰੇ ਕੋਲੋਂ ਲਿਖਵਾਉਣ ਲੱਗਦੇ ਹਨ ਤਾਂ ਫਿਰ ਉਸ ਦਾ ਕੋਈ ਅੰਤ ਨਹੀਂ ਹੁੰਦਾ। ਜਦੋਂ ਭਗਤਾਂ ਵਿੱਚ ਹੰਕਾਰ ਵਧਣ ਲੱਗਦਾ ਹੈ ਤਾਂ ਉਹ ਸ਼ਕਤੀ ਦੇ ਕੇ ਉਹਨਾਂ ਦਾ ਹੰਕਾਰ ਖਤਮ ਕਰਕੇ ਆਖਰੀ ਮੰਤਵ ਦੀ ਪ੍ਰਾਪਤੀ ਕਰਾ ਦਿੰਦੇ ਹਨ ਅਤੇ ਉਹਨਾਂ ਨੂੰ ਸੰਤੁਸ਼ਟ ਕਰਕੇ ਅਵਿਨਾਸ਼ੀ ਸੁੱਖ ਦੇ ਭਾਗੀ ਬਣਾ ਦਿੰਦੇ ਹਨ। ਜਿਹੜਾ ਬਾਬਾ ਨੂੰ ਨਮਨ ਕਰਕੇ ਇਕਾਗਰ ਭਾਵ ਨਾਲ ਉਹਨਾਂ ਦੀ ਸ਼ਰਨ ਵਿੱਚ ਜਾਂਦਾ ਹੈ, ਉਸ ਨੂੰ ਫਿਰ ਕੋਈ ਸਾਧਨਾ ਕਰਨ ਦੀ ਲੋੜ ਨਹੀਂ ਹੈ। ਧਰਮ, ਅਰਥ, ਕਾਮ ਅਤੇ ਮੋਕਸ਼ ਉਸ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ। ਈਸ਼ਵਰ ਦੇ ਕੋਲ ਪਹੁੰਚਣ ਦੇ 4 ਰਾਹ ਹਨ: ਕਰਮ, ਗਿਆਨ, ਯੋਗ ਅਤੇ ਭਗਤੀ। ਇਹਨਾਂ ਸਾਰਿਆਂ ਵਿੱਚੋਂ ਭਗਤੀ ਦਾ ਰਾਹ ਜ਼ਿਆਦਾ ਮੁਸ਼ਕਲ, ਖੱਡਾਂ ਨਾਲ ਭਰਿਆ ਹੋਇਆ ਹੈ। ਪਰ ਜੇ ਸਤਿਗੁਰੂ ਦੇ ਭਰੋਸਾ ਕਰਕੇ ਖੱਡਾਂ ਤੋਂ ਬਚਦੇ ਹੋਏ ਸਿੱਧੇ ਅੱਗੇ ਵੱਧ ਜਾਓਗੇ ਤਾਂ ਤੁਸੀਂ ਆਪਣੇ ਮੰਤਵ ਭਾਵ ਈਸ਼ਵਰ ਤੱਕ ਆਸਾਨੀ ਨਾਲ ਪਹੁੰਚ ਜਾਓਗੇ। ਸ਼੍ਰੀ ਸਾਈਂ ਬਾਬਾ ਨੇ ਫੈਸਲਾ ਕੁਨ ਸ਼ਬਦਾਂ ਵਿੱਚ ਕਿਹਾ ਹੈ ਕਿ ਬ੍ਰਹਮਾ ਅਤੇ ਉਹਨਾਂ ਦੀ ਸੰਸਾਰ ਨੂੰ ਪੈਦਾ, ਰੱਖਿਆ ਅਤੇ ਵਿਲੀਨ ਕਰਨ ਆਦਿ ਦੀਆਂ ਵੱਖ-ਵੱਖ ਸ਼ਕਤੀਆਂ ਦੇ ਵੱਖਰੇਪਨ ਵਿੱਚ ਹੀ ਏਕੀਕਰਨ ਹੈ। ਇਸ ਨੂੰ ਗ੍ਰੰਥਕਾਰਾਂ ਨੇ ਦਰਸਾਇਆ ਹੈ। ਭਗਤਾਂ ਦੇ ਕਲਿਆਣ ਵਾਸਤੇ ਹੀ ਸ਼੍ਰੀ ਸਾਈਂ ਬਾਬਾ ਨੇ ਆਪ ਜਿਹੜੇ ਵਚਨਾਂ ਨਾਲ ਭਰੋਸਾ ਦਿੱਤਾ ਸੀ, ਉਹਨਾਂ ਵਚਨਾਂ ਨੂੰ ਹੇਠ ਲਿਖਿਆ ਗਿਆ ਹੈ। ਮੇਰੇ ਭਗਤਾਂ ਦੇ ਘਰ ਕਦੀ ਵੀ ਅੰਨ ਅਤੇ ਕੱਪੜੇ ਦੀ ਘਾਟ ਨਹੀਂ ਹੋਏਗੀ। ਇਹ ਮੇਰੀ ਵਿਸ਼ੇਸ਼ਤਾ ਹੈ ਕਿ ਜਿਹੜੇ ਭਗਤ ਮੇਰੀ ਸ਼ਰਨ ਆ ਜਾਂਦੇ ਹਨ ਅਤੇ ਦਿਲ ਨਾਲ ਮੇਰੇ ਉਪਾਸਕ ਹਨ, ਉਹਨਾਂ ਨੂੰ ਕਲਿਆਣ ਲਈ ਮੈਂ ਹਮੇਸ਼ਾ ਫਿਕਰਮੰਦ ਰਹਿੰਦਾ ਹਾਂ। ਕ੍ਰਿਸ਼ਨ ਭਗਵਾਨ ਨੇ ਵੀ ਗੀਤਾ ਵਿੱਚ ਇਹੀ ਸਮਝਾਇਆ ਹੈ। ਇਸ ਲਈ ਭੋਜਨ ਅਤੇ ਕੱਪੜਿਆਂ ਲਈ ਜ਼ਿਆਦਾ ਚਿੰਤਾ ਨਾ ਕਰੋ। ਜੇ ਕੁਝ ਮੰਗਣ ਦੀ ਕਾਮਨਾ ਹੈ ਤਾਂ ਈਸ਼ਵਰ ਨੂੰ ਹੀ ਮੰਗੋ। ਸੰਸਾਰਕ ਮਾਨ ਅਤੇ ਉਪਾਧੀਆਂ ਤਿਆਗ ਕੇ ਈਸ਼ਵਰ ਦੀ ਕਿਰਪਾ ਅਤੇ ਮੁਕਤੀ ਪ੍ਰਾਪਤ ਕਰੋ ਤੇ ਉਸ ਨਾਲ ਸਨਮਾਨਿਤ ਹੋਵੇ। ਸੰਸਾਰਕ ਸਾਧਨਾ ਨਾਲ ਕੁਰਾਹੇ ਨਾ ਪਵੋ। ਆਪਣੇ ਦੇਵਤਾ ਨੂੰ ਮਜ਼ਬੂਤੀ ਨਾਲ ਪਕੜ ਕੇ ਰੱਖੋ। ਸਾਰੀਆਂ ਇੰਦਰੀਆਂ ਅਤੇ ਮਨ ਨੂੰ ਈਸ਼ਵਰ ਦੇ ਧਿਆਨ ਵਿੱਚ ਲਗਾਓ। ਕਿਸੇ ਚੀਜ਼ ਵੱਲ ਖਿੱਚੇ ਨਾ ਜਾਓ। ਸਦਾ ਮੇਰੇ ਸਿਮਰਨ ਵਿੱਚ ਮਨ ਨੂੰ ਲਗਾਈ ਰੱਖੋ ਤਾਂ ਕਿ ਉਹ ਸਰੀਰ, ਦੌਲਤ ਅਤੇ ਮੌਜ ਮਸਤੀ ਵੱਲ ਨਾ ਜਾਏ ਤਾਂ ਚਿੱਤ ਸਥਿਰ, ਸ਼ਾਂਤ ਅਤੇ ਨਿਡਰ ਹੋ ਜਾਏਗਾ। ਇਸ ਤਰ੍ਹਾਂ ਦੀ ਮਨ ਦੀ ਹਾਲਤ ਪ੍ਰਾਪਤ ਹੋਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਮਨ ਚੰਗੀ ਸੰਗਤ ਵਿੱਚ ਹੈ। ਜੇ ਚਿੱਤ ਦੀ ਚੰਚਲਤਾ ਨਸ਼ਟ ਨਾ ਹੋਈ ਤਾਂ ਉਸ ਨੂੰ ਇਕਾਗਰ ਨਹੀਂ ਕੀਤਾ ਜਾ ਸਕਦਾ। ਬਾਬਾ ਨੇ ਇਹਨਾਂ ਮੁਨਾਸਬ ਸ਼ਬਦਾਂ ਦੀ ਵਿਆਖਿਆ ਕਰਕੇ ਗ੍ਰੰਥਕਾਰ ਸ਼ਿਰਡੀ ਦੇ ਰਾਮਨੌਮੀ ਉਤਸਵ ਦਾ ਵਰਣਨ ਕਰਦਾ ਹੈ। ਸ਼ਿਰਡੀ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਰਾਮਨੌਮੀ ਜ਼ਿਆਦਾ ਧੂਮਧਾਮ ਨਾਲ ਮਨਾਈ ਜਾਂਦੀ ਹੈ।
ਇਸ ਤਿਉਹਾਰ ਦਾ ਪੂਰਾ ਵਿਵਰਣ ਜਿਸ ਤਰ੍ਹਾਂ ਸਾਈਂ ਲੀਲਾ ਮੈਗਜ਼ੀਨ 1915 ਦੇ ਸਫਾ 197 ਤੇ ਪ੍ਰਕਾਸ਼ਿਤ ਹੋਇਆ ਸੀ, ਉਸ ਨੂੰ ਸੰਖੇਪ ਵਿੱਚ ਇੱਥੇ ਦਿੱਤਾ ਜਾਂਦਾ ਹੈ। ਕੋਪਰਗਾঁव ਵਿੱਚ ਸ਼੍ਰੀ ਗੋਪਾਲ ਗੁੰਡ ਨਾਮ ਨਾਂ ਦਾ ਇੱਕ ਇੰਸਪੈਕਟਰ ਸੀ। ਉਹ ਬਾਬਾ ਦਾ ਪਰਮ ਭਗਤ ਸੀ। ਉਸ ਦੀਆਂ 3 ਵਹੁਟੀਆਂ ਸਨ, ਪਰ ਕਿਸੇ ਵਿੱਚੋਂ ਵੀ ਬੱਚਾ ਨਹੀਂ ਸੀ। ਸ਼੍ਰੀ ਸਾਈਂ ਬਾਬਾ ਦੀ ਕਿਰਪਾ ਨਾਲ ਉਹਨਾਂ ਨੂੰ ਇੱਕ ਪੁੱਤਰ ਰਤਨ ਪ੍ਰਾਪਤ ਹੋਇਆ। ਇਸ ਖੁਸ਼ੀ ਦੇ ਸੰਬੰਧ ਵਿੱਚ 1897 ਵਿੱਚ ਉਹਨਾਂ ਨੂੰ ਵਿਚਾਰ ਆਇਆ ਕਿ ਸ਼ਿਰਡੀ ਵਿੱਚ ਉਰਸ ਭਰਨਾ ਚਾਹੀਦਾ ਹੈ। ਉਹਨਾਂ ਨੇ ਇਹ ਵਿਚਾਰ ਸ਼ਿਰਡੀ ਦੇ ਹੋਰ ਭਗਤ ਤਾਤਿਆ ਪਾਟਿਲ, ਦਾਦਾ ਗੋਤੇ ਪਾਟਿਲ ਅਤੇ ਮਾਧਵ ਰਾਓ ਦੇ ਸਾਹਮਣੇ ਵਿਚਾਰ ਕਰਨ ਲਈ ਰੱਖਿਆ। ਉਹਨਾਂ ਸਾਰਿਆਂ ਨੂੰ ਇਹ ਵਿਚਾਰ ਬਹੁਤ ਚੰਗਾ ਲੱਗਿਆ ਤੇ ਉਹਨਾਂ ਨੂੰ ਬਾਬਾ ਦੀ ਮਨਜ਼ੂਰੀ ਅਤੇ ਭਰੋਸਾ ਪ੍ਰਾਪਤ ਹੋ ਗਿਆ। ਉਰਸ ਭਰਨ ਲਈ ਸਰਕਾਰੀ ਆਗਿਆ ਜ਼ਰੂਰੀ ਸੀ, ਇਸ ਲਈ ਇੱਕ ਅਰਜ਼ੀ ਕਲੈਕਟਰ ਨੂੰ ਦਿੱਤੀ ਗਈ, ਪਰ ਪਿੰਡ ਦੇ ਪਟਵਾਰੀ ਦੇ ਇਤਰਾਜ਼ ਕਰਨ ਦੇ ਕਾਰਨ ਆਗਿਆ ਨਹੀਂ ਮਿਲ ਸਕੀ। ਪਰ ਬਾਬਾ ਦਾ ਭਰੋਸਾ ਤਾਂ ਮਿਲ ਚੁੱਕਾ ਸੀ। ਫਿਰ ਦੁਬਾਰਾ ਕੋਸ਼ਿਸ਼ ਕਰਨ ਨਾਲ ਆਗਿਆ ਮਿਲ ਗਈ। ਬਾਬਾ ਦੀ ਆਗਿਆ ਨਾਲ ਰਾਮਨੌਮੀ ਵਾਲੇ ਦਿਨ ਉਰਸ ਭਰਨਾ ਤੈਅ ਹੋਇਆ। ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਤੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬਾਬਾ ਨੇ ਇਹ ਆਗਿਆ ਦਿੱਤੀ ਅਤੇ ਉਰਸ ਅਤੇ ਰਾਮਨੌਮੀ ਤਿਉਹਾਰਾਂ ਦਾ ਏਕੀਕਰਨ ਅਤੇ ਹਿੰਦੂ ਮੁਸਲਮਾਨ ਏਕਤਾ ਜੋ ਭਵਿੱਖ ਦੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਇਹ ਮੰਤਵ ਪੂਰਾ ਸਫਲ ਹੋਇਆ। ਪਹਿਲੀ ਰੁਕਾਵਟ ਤਾਂ ਕਿਸੇ ਤਰ੍ਹਾਂ ਹੱਲ ਹੋ ਗਈ। ਹੁਣ ਦੂਜੀ ਮੁਸ਼ਕਲ ਪਾਣੀ ਦੀ ਘਾਟ ਦੀ ਸੀ। ਸ਼ਿਰਡੀ ਤਾਂ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਸ਼ੁਰੂ ਤੋਂ ਹੀ ਉੱਥੇ ਪਾਣੀ ਦੀ ਘਾਟ ਸੀ। ਪਿੰਡ ਵਿੱਚ ਸਿਰਫ 2 ਖੂਹ ਸਨ, ਜਿਨ੍ਹਾਂ ਵਿੱਚੋਂ ਇੱਕ ਤਾਂ ਸੁੱਕ ਜਾਂਦਾ ਸੀ ਅਤੇ ਦੂਜੇ ਦਾ ਪਾਣੀ ਖਾਰਾ ਸੀ। ਬਾਬਾ ਨੇ ਉਸ ਵਿੱਚ ਫੁੱਲ ਪਾ ਕੇ ਉਸਦੇ ਖਾਰੇ ਪਾਣੀ ਨੂੰ ਮਿੱਠਾ ਕਰ ਦਿੱਤਾ, ਪਰ ਇੱਕ ਖੂਹ ਦਾ ਪਾਣੀ ਕਿੰਨੇ ਲੋਕਾਂ ਨੂੰ ਕਾਫੀ ਹੋ ਸਕਦਾ ਸੀ। ਇਸ ਲਈ ਤਾਤਿਆ ਪਾਟਿਲ ਨੇ ਬਾਹਰੋਂ ਪਾਣੀ ਮੰਗਵਾਉਣ ਦਾ ਪ੍ਰਬੰਧ ਕੀਤਾ। ਲੱਕੜੀ ਅਤੇ ਬਾਂਸਾਂ ਦੀਆਂ ਕੱਚੀਆਂ ਦੁਕਾਨਾਂ ਬਣਾਈਆਂ ਗਈਆਂ ਅਤੇ ਕੁਸ਼ਤੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ। ਗੋਪਾਲ ਰਾਵ ਗੁੰਡ ਦੇ ਇੱਕ ਦੋਸਤ ਦਾਮੂ ਅੰਨਾ ਕਾਸਾਰ ਅਹਿਮਦ ਨਗਰ ਵਿੱਚ ਰਹਿੰਦੇ ਸਨ। ਉਹ ਵੀ ਔਲਾਦ ਨਾ ਹੋਣ ਕਰਕੇ ਬੜੇ ਦੁਖੀ ਸੀ। ਸਾਈਂ ਬਾਬਾ ਦੀ ਕਿਰਪਾ ਨਾਲ ਉਹਨਾਂ ਨੂੰ ਵੀ ਪੁੱਤਰ ਰਤਨ ਦੀ ਪ੍ਰਾਪਤੀ ਹੋ ਗਈ। ਸ਼੍ਰੀ ਗੁੰਡ ਨੇ ਉਹਨਾਂ ਨੂੰ ਇੱਕ ਝੰਡਾ ਦੇਣ ਲਈ ਕਿਹਾ। ਇੱਕ ਝੰਡਾ ਜਗੀਰਦਾਰ ਨਾਨਾ ਸਾਹਿਬ ਨਿਮੋਣਕਰ ਨੇ ਵੀ ਦਿੱਤਾ। ਇਹ ਦੋਵੇਂ ਝੰਡੇ ਬੜੀ ਸ਼ਾਨ ਅਤੇ ਜਲੂਸ ਨਾਲ ਪਿੰਡ ਵਿੱਚੋਂ ਕੱਢੇ ਗਏ ਅਤੇ ਅਖੀਰ ਵਿੱਚ ਉਹਨਾਂ ਨੂੰ ਮਸਜਿਦ, ਜਿਸ ਨੂੰ ਬਾਬਾ ਦਵਾਰਕਾ ਮਾਈ ਦੇ ਨਾਂ ਨਾਲ ਬਣਾਉਂਦੇ ਸੀ, ਉਸ ਦੀਆਂ ਨੁੱਕਰਾਂ ਉੱਪਰ ਲਗਾ ਦਿੱਤਾ ਗਿਆ। ਇਹ ਪ੍ਰੋਗਰਾਮ ਹੁਣ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਚੰਦਨ ਸਮਾਰੋਹ। ਇਸ ਮੇਲੇ ਵਿੱਚ ਇੱਕ ਹੋਰ ਪ੍ਰੋਗਰਾਮ ਵੀ ਸ਼ੁਰੂ ਹੋਇਆ, ਜਿਹੜਾ ਚੰਦਨ ਉਤਸਵ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ। ਇਹ ਕੋਰਲ ਦੇ ਇੱਕ ਮੁਸਲਮਾਨ ਭਗਤ ਸ਼੍ਰੀ ਅਮੀਰ ਸ਼ੱਕਰ ਦਲਾਲ ਦੇ ਦਿਮਾਗ ਦੀ ਉਪਜ ਸੀ। ਆਮ ਤੌਰ 'ਤੇ ਇਸ ਤਰ੍ਹਾਂ ਦਾ ਉਤਸਵ ਸਿਰਫ ਮੁਸਲਮਾਨ ਸੰਤਾਂ ਦੇ ਸਨਮਾਨ ਵਿੱਚ ਹੀ ਕੀਤਾ ਜਾਂਦਾ ਹੈ। ਬਹੁਤ ਸਾਰਾ ਚੰਦਨ ਪੀਸ ਕੇ ਲੇਪ ਬਣਾ ਕੇ ਅਤੇ ਬਹੁਤ ਸਾਰਾ ਚੰਦਨ ਧੂਪ ਥਾਲੀਆਂ ਵਿੱਚ ਭਰੀ ਜਾਂਦੀ ਹੈ ਅਤੇ ਲੋਬਾਨ ਬਾਲਦੇ ਹਨ ਅਤੇ ਅਖੀਰ ਵਿੱਚ ਉਹਨਾਂ ਨੂੰ ਮਸਜਿਦ ਵਿੱਚ ਪਹੁੰਚਾ ਕੇ ਜਲੂਸ ਖਤਮ ਹੋ ਜਾਂਦਾ ਹੈ। ਥਾਲੀਆਂ ਦਾ ਚੰਦਨ ਅਤੇ ਧੂਪ ਨਿੰਮ ਦੇ ਅਤੇ ਮਸਜਿਦ ਦੀਆਂ ਕੰਧਾਂ ਉੱਪਰ ਪਾ ਦਿੱਤਾ ਜਾਂਦਾ ਹੈ। ਇਸ ਉਤਸਵ ਦਾ ਪ੍ਰਬੰਧ ਪਹਿਲੇ 3 ਸਾਲ ਤੱਕ ਸ਼੍ਰੀ ਅਮੀਰ ਸ਼ੱਕਰ ਨੇ ਕੀਤਾ, ਉਸ ਦੇ ਬਾਅਦ ਉਸਦੀ ਧਰਮਪਤਨੀ ਨੇ ਕੀਤਾ। ਇਸ ਤਰ੍ਹਾਂ ਹਿੰਦੂਆਂ ਵੱਲੋਂ ਝੰਡੇ ਅਤੇ ਮੁਸਲਮਾਨਾਂ ਵੱਲੋਂ ਚੰਦਨ ਦਾ ਜਲੂਸ ਨਾਲ ਚੱਲਣ ਲੱਗਾ ਅਤੇ ਹੁਣ ਤੱਕ ਇਸੇ ਤਰ੍ਹਾਂ ਚੱਲ ਰਿਹਾ ਹੈ। ਪ੍ਰਬੰਧ। ਰਾਮਨੌਮੀ ਦਾ ਇੱਕ ਦਿਨ ਜਦੋਂ ਆਇਆ, ਸਾਈਂ ਬਾਬਾ ਦੇ ਭਗਤਾਂ ਲਈ ਬਹੁਤ ਪਿਆਰਾ ਅਤੇ ਪਵਿੱਤਰ ਹੈ। ਕੰਮ ਕਰਨ ਲਈ ਬਹੁਤ ਸੇਵਾਦਾਰ ਤਿਆਰ ਹੋ ਜਾਂਦੇ ਸੀ ਅਤੇ ਉਹ ਮੇਲੇ ਦੇ ਪ੍ਰਬੰਧ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ। ਬਾਹਰ ਦੇ ਸਾਰੇ ਕੰਮਾਂ ਦਾ ਭਾਰ ਤਾਤਿਆ ਪਾਟਿਲ ਅਤੇ ਚੰਦਨ ਦੇ ਕੰਮਾਂ ਦਾ ਸਾਈਂ ਬਾਬਾ ਦਾ ਇੱਕ ਪਰਮ ਭਗਤ ਔਰਤ ਰਾਧਾ ਕ੍ਰਿਸ਼ਨ ਮਾਈ ਸੰਭਾਲਦੀ ਸੀ। ਇਸ ਮੌਕੇ ਉੱਤੇ ਉਸ ਦਾ ਨਿਵਾਸ ਪ੍ਰਾਹੁਣਿਆਂ ਨਾਲ ਭਰਿਆ ਰਹਿੰਦਾ ਅਤੇ ਉਸਨੂੰ ਸਾਰਿਆਂ ਦੀਆਂ ਲੋੜਾਂ ਦਾ ਵੀ ਧਿਆਨ ਰੱਖਣਾ ਪੈਂਦਾ ਸੀ। ਨਾਲ ਹੀ ਉਹ ਮੇਲੇ ਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਦਾ ਵੀ ਪ੍ਰਬੰਧ ਕਰਦੀ ਸੀ। ਦੂਸਰਾ ਕੰਮ ਜਿਹੜਾ ਉਹ ਆਪ ਖੁਸ਼ੀ ਨਾਲ ਕਰਦੀ ਸੀ, ਉਹ ਸੀ ਮਸਜਿਦ ਦੀ ਸਫਾਈ ਕਰਨੀ, ਸਫੈਦੀ ਕਰਨੀ ਆਦਿ। ਮਸਜਿਦ ਦਾ ਫਰਸ਼ ਅਤੇ ਕੰਧਾਂ ਲਗਾਤਾਰ ਧੂਣੀ ਬਾਲਣ ਕਰਕੇ ਕਾਲੀਆਂ ਹੋ ਗਈਆਂ ਸੀ। ਜਦੋਂ ਰਾਤ ਨੂੰ ਬਾਬਾ ਚਾਵੜੀ ਵਿੱਚ ਆਰਾਮ ਕਰਨ ਚਲੇ ਜਾਂਦੇ ਤਾਂ ਉਹ ਇਹ ਕੰਮ ਕਰ ਲੈਂਦੀ ਸੀ। ਸਾਰੀਆਂ ਚੀਜ਼ਾਂ ਧੂਣੀ ਸਮੇਤ ਬਾਹਰ ਕੱਢਣੀਆਂ ਪੈਂਦੀਆਂ ਸਨ ਅਤੇ ਸਫਾਈ ਤੇ ਸਫੈਦੀ ਹੋ ਜਾਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਸਜਾ ਦਿੱਤੀਆਂ ਜਾਂਦੀਆਂ ਸਨ। ਬਾਬਾ ਦਾ ਬਹੁਤ ਪਸੰਦ ਦਾ ਕੰਮ ਗਰੀਬਾਂ ਨੂੰ ਭੋਜਨ ਕਰਾਉਣਾ ਵੀ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਸੀ। ਇਸ ਕੰਮ ਲਈ ਵੱਡਾ ਭੋਜ ਕੀਤਾ ਜਾਂਦਾ ਸੀ ਅਤੇ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾਈਆਂ ਜਾਂਦੀਆਂ ਸਨ। ਇਹ ਸਾਰੇ ਕੰਮ ਰਾਧਾ ਕ੍ਰਿਸ਼ਨ ਮਾਈ ਦੇ ਘਰ ਵਿੱਚ ਹੁੰਦੇ ਸੀ। ਬਹੁਤ ਸਾਰੇ ਅਮੀਰ ਅਤੇ ਧਨਾਢ ਭਗਤ ਇਸ ਕੰਮ ਲਈ ਆਰਥਿਕ ਸਹਾਇਤਾ ਦਿੰਦੇ ਸਨ। ਉਸ ਦਾ ਰਾਮਨੌਮੀ ਦੇ ਤਿਉਹਾਰ ਨਾਲ ਏਕੀਕਰਨ। ਸਾਰਾ ਪ੍ਰੋਗਰਾਮ ਇਸੇ ਤਰ੍ਹਾਂ ਵਧੀਆ ਤਰੀਕੇ ਨਾਲ ਚੱਲਦਾ ਰਿਹਾ ਅਤੇ ਮੇਲੇ ਦਾ ਮਹੱਤਵ ਹੌਲੀ ਹੌਲੀ ਵੱਧਦਾ ਗਿਆ।
ਸੰਨ 1911 ਵਿੱਚ ਇੱਕ ਤਬਦੀਲੀ ਹੋਈ। ਇੱਕ ਭਗਤ ਕ੍ਰਿਸ਼ਨ ਰਾਵ ਜੋਗੇਸ਼ਵਰ ਭੀਸ਼ਮ ਸ਼੍ਰੀ ਸਾਈਂ ਸਗੁਣ ਉਪਾਸਨਾ ਦੇ ਲੇਖਕ ਅਮਰਾਵਤੀ ਦੇ ਦਾਦਾ ਸਾਹਿਬ ਖਾਪਰਡੇ ਦੇ ਨਾਲ ਮੇਲੇ ਤੋਂ ਇੱਕ ਦਿਨ ਪਹਿਲਾਂ ਸ਼ਿਰਡੀ ਦੇ ਦੀਕਸ਼ਿਤ ਵਾੜੇ ਵਿੱਚ ਠਹਿਰੇ। ਜਦੋਂ ਉਹ ਬਰਾਂਡੇ ਵਿੱਚ ਲੇਟ ਕੇ ਆਰਾਮ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਕਲਪਨਾ ਕੀਤੀ। ਇਸੇ ਵੇਲੇ ਸ਼੍ਰੀ ਲਕਸ਼ਮਣ ਰਾਵ ਉਪਨਾਮ ਕਾਕਾ ਮਹਾਜਨੀ ਪੂਜਾ ਸਮੱਗਰੀ ਲੈ ਕੇ ਮਸਜਿਦ ਵੱਲ ਜਾ ਰਹੇ ਸਨ। ਉਹਨਾਂ ਦੋਵਾਂ ਵਿੱਚ ਸਲਾਹ ਮਸ਼ਵਰਾ ਹੋਣ ਲੱਗਾ ਅਤੇ ਉਹਨਾਂ ਨੇ ਸੋਚਿਆ ਕਿ ਸ਼ਿਰਡੀ ਵਿੱਚ ਉਰਸ ਅਤੇ ਮੇਲਾ ਠੀਕ ਰਾਮਨੌਮੀ ਵਾਲੇ ਦਿਨ ਹੀ ਭਰਦਾ ਹੈ। ਇਸ ਵਿੱਚ ਜ਼ਰੂਰ ਹੀ ਕੋਈ ਡੂੰਘਾ ਭੇਦ ਹੈ। ਰਾਮਨੌਮੀ ਦਾ ਦਿਨ ਹਿੰਦੂਆਂ ਨੂੰ ਬਹੁਤ ਪਿਆਰਾ ਹੈ ਅਤੇ ਕਿੰਨਾ ਚੰਗਾ ਹੋਵੇ ਜੇ ਰਾਮਨੌਮੀ ਦਾ ਤਿਉਹਾਰ ਭਾਵ ਸ਼੍ਰੀ ਰਾਮ ਜੀ ਦਾ ਜਨਮ ਦਿਨ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਜਾਏ। ਕਾਕਾ ਮਹਾਜਨੀ ਨੂੰ ਇਹ ਵਿਚਾਰ ਪਸੰਦ ਆਇਆ। ਹੁਣ ਮੁੱਖ ਮੁਸ਼ਕਲ ਹਰੀਦਾਸ ਦੇ ਮਿਲਣ ਦੀ ਸੀ, ਜਿਹੜਾ ਇਸ ਸ਼ੁਭ ਮੌਕੇ 'ਤੇ ਕੀਰਤਨ ਅਤੇ ਈਸ਼ਵਰ ਦਾ ਗੁਣਗਾਨ ਕਰ ਸਕੇ। ਪਰ ਭੀਸ਼ਮ ਦੇ ਇਸ ਮਾਮਲੇ ਦਾ ਹੱਲ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰਾ ਸਵਰਚਿਤ ਰਾਮ ਆਖਿਆਨ, ਜਿਸ ਵਿੱਚ ਰਾਮ ਜਨਮ ਦਾ ਵਰਣਨ ਹੈ, ਤਿਆਰ ਹੋ ਗਿਆ ਹੈ। ਮੈਂ ਉਸ ਦਾ ਹੀ ਕੀਰਤਨ ਕਰਾਂਗਾ ਅਤੇ ਉਸੀ ਹਾਰਮੋਨੀਅਮ ਨਾਲ ਸਾਥ ਦੇਣਾ ਅਤੇ ਰਾਧਾ ਕ੍ਰਿਸ਼ਨ ਮਾਈ ਸੁਠਵਾੜਾ ਸੌਂਠ ਦਾ ਸ਼ੱਕਰ ਵਾਲਾ ਚੂਰਨ ਬਣਾ ਦੇਵੇਗੀ। ਤਾਂ ਉਹ ਦੋਵੇਂ ਫਟਾਫਟ ਹੀ ਬਾਬਾ ਦੀ ਮਨਜ਼ੂਰੀ ਲੈਣ ਲਈ ਮਸਜਿਦ ਨੂੰ ਗਏ। ਬਾਬਾ ਤਾਂ ਅੰਤਰਯਾਮੀ ਸਨ, ਉਹਨਾਂ ਨੂੰ ਤਾਂ ਸਾਰਾ ਗਿਆਨ ਸੀ ਕਿ ਵਾੜੇ ਵਿੱਚ ਕੀ ਹੋ ਰਿਹਾ ਹੈ। ਬਾਬਾ ਨੇ ਮਹਾਜਨੀ ਨੂੰ ਸਵਾਲ ਕੀਤਾ ਕਿ ਉੱਥੇ ਕੀ ਹੋ ਰਿਹਾ ਸੀ। ਇਸ ਅਚਨਚੇਤ ਸਵਾਲ ਨਾਲ ਮਹਾਜਨੀ ਘਬਰਾ ਗਏ ਅਤੇ ਬਾਬਾ ਦੇ ਸ਼ਬਦਾਂ ਦਾ ਮਤਲਬ ਨਾ ਸਮਝਣ ਕਾਰਨ ਉਹ ਹੈਰਾਨ ਖੜੇ ਰਹੇ। ਤਾਂ ਬਾਬਾ ਨੇ ਭੀਸ਼ਮ ਨੂੰ ਪੁੱਛਿਆ, ਕੀ ਗੱਲ ਹੈ। ਭੀਸ਼ਮ ਨੇ ਰਾਮਨੌਮੀ ਦਾ ਤਿਉਹਾਰ ਮਨਾਉਣ ਦਾ ਵਿਚਾਰ ਬਾਬਾ ਅੱਗੇ ਰੱਖਿਆ ਅਤੇ ਆਗਿਆ ਦੇਣ ਦੀ ਪ੍ਰਾਰਥਨਾ ਕੀਤੀ। ਬਾਬਾ ਨੇ ਵੀ ਖੁਸ਼ੀ ਨਾਲ ਆਗਿਆ ਦੇ ਦਿੱਤੀ। ਸਭ ਭਗਤ ਖੁਸ਼ ਹੋ ਗਏ ਅਤੇ ਰਾਮਨੌਮੀ ਉਤਸਵ ਮਨਾਉਣ ਦੀਆਂ ਤਿਆਰੀਆਂ ਕਰਨ ਲੱਗੇ। ਦੂਸਰੇ ਦਿਨ ਰੰਗ ਬਰੰਗੀਆਂ ਝੰਡੀਆਂ ਨਾਲ ਮਸਜਿਦ ਨੂੰ ਸਜਾਇਆ ਗਿਆ। ਸ਼੍ਰੀਮਤੀ ਰਾਧਾ ਕ੍ਰਿਸ਼ਨ ਮਾਈ ਨੂੰ ਇੱਕ ਪੰਘੂੜਾ ਲਿਆ ਕੇ ਬਾਬਾ ਦੇ ਸਾਹਮਣੇ ਆਸਣ ਦੇ ਸਾਹਮਣੇ ਰੱਖ ਦਿੱਤਾ ਅਤੇ ਉਤਸਵ ਸ਼ੁਰੂ ਹੋ ਗਿਆ। ਭੀਸ਼ਮ ਕੀਰਤਨ ਕਰਨ ਲਈ ਖੜੇ ਹੋ ਗਏ ਅਤੇ ਮਹਾਜਨੀ ਹਾਰਮੋਨੀਅਮ ਨਾਲ ਉਹਨਾਂ ਦਾ ਸਾਥ ਦੇਣ ਲੱਗੇ। ਉਦੋਂ ਬਾਬਾ ਨੇ ਮਹਾਜਨੀ ਨੂੰ ਬੁਲਾਇਆ। ਇੱਥੇ ਮਹਾਜਨੀ ਨੂੰ ਸ਼ੱਕ ਸੀ ਕਿ ਬਾਬਾ ਉਤਸਵ ਮਨਾਉਣ ਦੀ ਆਗਿਆ ਦੇਣਗੇ ਵੀ ਜਾਂ ਨਹੀਂ। ਪਰ ਜਦੋਂ ਉਹ ਬਾਬਾ ਕੋਲ ਪਹੁੰਚੇ ਤਾਂ ਬਾਬਾ ਨੇ ਸਵਾਲ ਕੀਤਾ, ਇਹ ਸਭ ਕੀ ਹੈ? ਇਹ ਪੰਘੂੜਾ ਕਿਉਂ ਰੱਖਿਆ ਹੈ? ਮਹਾਜਨੀ ਨੇ ਦੱਸਿਆ ਕਿ ਰਾਮਨੌਮੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਅਤੇ ਇਸ ਕਰਕੇ ਇਹ ਪੰਘੂੜਾ ਇੱਥੇ ਰੱਖਿਆ ਗਿਆ ਹੈ। ਬਾਬਾ ਨੇ ਨਿੰਬਰ ਉੱਪਰੋਂ 2 ਹਾਰ ਚੁੱਕੇ। ਉਹਨਾਂ ਵਿੱਚੋਂ ਇੱਕ ਹਾਰ ਤਾਂ ਉਹਨਾਂ ਨੇ ਕਾਕਾ ਜੀ ਦੇ ਗਲੇ ਵਿੱਚ ਪਾ ਦਿੱਤਾ ਅਤੇ ਦੂਸਰਾ ਭੀਸ਼ਮ ਦੇ ਲਈ ਭੇਜ ਦਿੱਤਾ। ਹੁਣ ਕੀਰਤਨ ਸ਼ੁਰੂ ਹੋ ਗਿਆ ਸੀ। ਕੀਰਤਨ ਸਮਾਪਤ ਹੋਏ ਤਾਂ ਸ਼੍ਰੀ ਰਾਜਾ ਰਾਮ ਦੀ ਉੱਚੀ ਜੈ ਜੈਕਾਰ ਹੋਈ। ਕੀਰਤਨ ਵਾਲੀ ਥਾਂ 'ਤੇ ਗੁਲਾਲ ਦੀ ਵਰਖਾ ਕੀਤੀ ਗਈ। ਜਦੋਂ ਸਾਰੇ ਖੁਸ਼ੀ ਨਾਲ ਝੂਮ ਰਹੇ ਸੀ ਤਾਂ ਅਚਾਨਕ ਹੀ ਇੱਕ ਗਰਜ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ। ਅਸਲ ਵਿੱਚ ਜਦੋਂ ਗੁਲਾਲ ਦੀ ਵਰਖਾ ਹੋ ਰਹੀ ਸੀ ਤਾਂ ਗੁਲਾਲ ਅਚਾਨਕ ਹੀ ਬਾਬਾ ਦੀ ਅੱਖ ਵਿੱਚ ਪੈ ਗਿਆ ਤਾਂ ਬਾਬਾ ਇੱਕਦਮ ਗੁੱਸੇ ਹੋ ਕੇ ਉੱਚੀ ਅਪਸ਼ਬਦ ਕਹਿਣ ਲੱਗੇ। ਇਹ ਦੇਖ ਕੇ ਸਾਰੇ ਲੋਕ ਡਰ ਕੇ ਸਹਿਮ ਗਏ। ਬਾਬਾ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਭਗਤ ਭਲਾ ਇਹਨਾਂ ਸ਼ਬਦਾਂ ਦਾ ਬੁਰਾ ਕਿਉਂ ਮਨਾਉਂਦੇ। ਬਾਬਾ ਨੇ ਇਹਨਾਂ ਸ਼ਬਦਾਂ ਅਤੇ ਵਾਕਾਂ ਨੂੰ ਉਹਨਾਂ ਨੇ ਆਸ਼ੀਰਵਾਦ ਸਮਝਿਆ। ਉਹਨਾਂ ਨੇ ਸੋਚਿਆ ਕਿ ਅੱਜ ਰਾਮ ਦਾ ਜਨਮ ਦਿਨ ਹੈ, ਇਸ ਲਈ ਰਾਵਣ ਦਾ ਨਾਸ਼, ਹੰਕਾਰ ਅਤੇ ਦੁਰਾਚਾਰੀ ਪ੍ਰਵਿਰਤੀ ਵਾਲੇ ਰਾਖਸ਼ਾਂ ਦੇ ਨਾਸ਼ ਦੇ ਲਈ ਬਾਬਾ ਨੂੰ ਗੁੱਸਾ ਆਉਣਾ ਬਿਲਕੁਲ ਠੀਕ ਹੀ ਸੀ। ਇਸ ਦੇ ਨਾਲ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਦੋਂ ਵੀ ਸ਼ਿਰਡੀ ਵਿੱਚ ਕੋਈ ਨਵਾਂ ਪ੍ਰੋਗਰਾਮ ਰਚਿਆ ਜਾਂਦਾ ਸੀ ਤਾਂ ਬਾਬਾ ਇਸੇ ਤਰ੍ਹਾਂ ਗੁੱਸੇ ਹੋ ਜਾਂਦੇ ਸੀ। ਇਸ ਲਈ ਉਹ ਸਾਰੇ ਚੁੱਪ ਰਹੇ। ਦੂਸਰੇ ਪਾਸੇ ਰਾਧਾ ਕ੍ਰਿਸ਼ਨ ਮਾਈ ਵੀ ਡਰੀ ਹੋਈ ਸੀ ਕਿ ਕਿਤੇ ਬਾਬਾ ਪੰਘੂੜਾ ਨਾ ਤੋੜ ਦੇਣ। ਇਸ ਲਈ ਉਹਨਾਂ ਨੇ ਕਾਕਾ ਮਹਾਜਨੀ ਨੂੰ ਪੰਘੂੜਾ ਚੁੱਕਣ ਲਈ ਕਿਹਾ, ਪਰ ਬਾਬਾ ਨੇ ਪੰਘੂੜਾ ਚੁੱਕਣ ਨਹੀਂ ਦਿੱਤਾ। ਕੁਝ ਚਿਰ ਬਾਅਦ ਬਾਬਾ ਸ਼ਾਂਤ ਹੋ ਗਏ ਅਤੇ ਉਸ ਦਿਨ ਹੀ ਮਹਾਪੂਜਾ ਅਤੇ ਆਰਤੀ ਦਾ ਪ੍ਰੋਗਰਾਮ ਨਿਰਵਿਘਨ ਸਮਾਪਤ ਹੋ ਗਿਆ। ਉਸ ਦਿਨ ਮਗਰੋਂ ਕਾਕਾ ਮਹਾਜਨੀ ਨੇ ਬਾਬਾ ਕੋਲੋਂ ਪੰਘੂੜਾ ਉਤਾਰਨ ਦੀ ਆਗਿਆ ਮੰਗੀ, ਪਰ ਬਾਬਾ ਨੇ ਨਾ ਕਰਦੇ ਹੋਇਆਂ ਕਿਹਾ ਕਿ ਅਜੇ ਉਤਸਵ ਸੰਪੂਰਨ ਨਹੀਂ ਹੋਇਆ। ਅਗਲੇ ਦਿਨ ਗੋਪਾਲ ਕਾਲਾ ਉਤਸਵ ਮਨਾਇਆ ਗਿਆ, ਜਿਸ ਦੇ ਬਾਅਦ ਬਾਬਾ ਨੇ ਪੰਘੂੜਾ ਉਤਾਰਨ ਦੀ ਆਗਿਆ ਦੇ ਦਿੱਤੀ। ਉਤਸਵ ਵਿੱਚ ਦਹੀਂ ਮਿਲਿਆ ਪੋਹਾ ਇੱਕ ਮਿੱਟੀ ਦੇ ਭਾਂਡੇ ਵਿੱਚ ਲਟਕਾ ਦਿੱਤਾ ਜਾਂਦਾ ਹੈ ਅਤੇ ਕੀਰਤਨ ਸਮਾਪਤ ਹੋਣ 'ਤੇ ਉਹ ਭਾਂਡਾ ਤੋੜ ਦਿੱਤਾ ਜਾਂਦਾ ਹੈ ਅਤੇ ਪ੍ਰਸ਼ਾਦ ਵਾਂਗ ਉਹ ਪੋਹਾ ਸਾਰਿਆਂ ਨੂੰ ਵੰਡਿਆ ਜਾਂਦਾ ਹੈ, ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਗਵਾਲਿਆਂ ਨਾਲ ਕੀਤਾ ਸੀ। ਰਾਮਨੌਮੀ ਉਤਸਵ ਇਸੇ ਤਰ੍ਹਾਂ ਸਾਰਾ ਦਿਨ ਚੱਲਦਾ ਹੈ। ਦਿਨ ਵੇਲੇ 2 ਝੰਡਿਆਂ ਦਾ ਜਲੂਸ ਅਤੇ ਰਾਤ ਨੂੰ ਚੰਦਨ ਦਾ ਜਲੂਸ ਬਹੁਤ ਧੂਮਧਾਮ ਨਾਲ ਕੱਢਿਆ ਗਿਆ। ਇਸ ਤੋਂ ਬਾਅਦ ਹੀ ਉਰਸ ਰਾਮਨੌਮੀ ਦੇ ਉਤਸਵ ਵਿੱਚ ਬਦਲ ਗਿਆ। ਅਗਲੇ ਸਾਲ ਸੰਨ 1912 ਤੋਂ ਰਾਮਨੌਮੀ ਦੇ ਪ੍ਰੋਗਰਾਮ ਦੀ ਸੂਚੀ ਵਿੱਚ ਵਾਧਾ ਹੋਣ ਲੱਗਾ। ਸ਼੍ਰੀਮਤੀ ਰਾਧਾ ਕ੍ਰਿਸ਼ਨ ਮਾਈ ਨੇ ਚੇਤ ਦੇ 11ਵੇਂ ਦਿਨ ਤੋਂ ਰਾਮਨਾਮ ਸਪਤਾਹ ਸ਼ੁਰੂ ਕਰ ਦਿੱਤਾ।
ਲਗਾਤਾਰ ਦਿਨ ਰਾਤ 7 ਦਿਨ ਤੱਕ ਭਗਵਤ ਨਾਮ ਲੈਣਾ ਨਾਮ ਸਪਤਾਹ ਕਹਾਉਂਦਾ ਹੈ। ਸਾਰੇ ਭਗਤ ਇਸ ਵਿੱਚ ਵਾਰੀ-ਵਾਰੀ ਹਿੱਸਾ ਲੈਂਦੇ ਸੀ। ਉਹ ਵੀ ਸਵੇਰੇ ਸ਼ਾਮਲ ਹੋ ਜਾਂਦੀ ਸੀ। ਦੇਸ਼ ਦੇ ਸਾਰੇ ਹਿੱਸਿਆਂ ਵਿੱਚੋਂ ਰਾਮ ਨੌਮੀ ਦਾ ਉਤਸਵ ਮਨਾਇਆ ਜਾਂਦਾ ਹੈ। ਇਸ ਲਈ ਅਗਲੇ ਸਾਲ ਹਰੀਦਾਸ ਦੇ ਮਿਲਣ ਦੀ ਮੁਸ਼ਕਲ ਫੇਰ ਆਈ, ਪਰ ਉਤਸਵ ਤੋਂ ਪਹਿਲਾਂ ਹੀ ਇਹ ਸਮੱਸਿਆ ਹੱਲ ਹੋ ਗਈ। 5-6 ਦਿਨ ਪਹਿਲਾਂ ਸ਼੍ਰੀ ਮਹਾਜਨੀ ਦਾ ਬਾਲਾ ਬੂਆ ਨਾਮ ਅਚਾਨਕ ਮੁਲਾਕਾਤ ਹੋ ਗਈ। ਬੂਆ ਸਾਹਿਬ ਆਧੁਨਿਕ ਤੁਕਾਰਾਮ ਦੇ ਨਾਂ ਨਾਲ ਮਸ਼ਹੂਰ ਸੀ ਅਤੇ ਇਸ ਸਾਲ ਕੀਰਤਨ ਦਾ ਕੰਮ ਉਹਨਾਂ ਨੂੰ ਸੌਂਪਿਆ ਗਿਆ। ਅਗਲੇ ਸਾਲ 1913 ਵਿੱਚ ਸ਼੍ਰੀ ਹਰੀਦਾਸ ਸਤਾਰਾ ਜ਼ਿਲ੍ਹੇ ਦੇ ਬਾਲਾ ਬੂਆ ਸਾਤਾਰਕਰ ਬਰਹਦ ਸਿੱਧ ਕਵਟੇ ਗ੍ਰਾਮ ਵਿੱਚ ਪਲੇਗ ਦੀ ਕਰੋਪੀ ਕਾਰਨ ਆਪਣੇ ਪਿੰਡ ਵਿੱਚ ਹਰੀਦਾਸ ਦਾ ਨਾਮ ਨਹੀਂ ਕਰ ਸਕਦੇ ਸੀ। ਇਸ ਸਾਲ ਉਹ ਸ਼ਿਰਡੀ ਆਏ। ਕਾਕਾ ਸਾਹਿਬ ਦੀਕਸ਼ਿਤ ਨੇ ਉਹਨਾਂ ਦੇ ਕੀਰਤਨ ਲਈ ਬਾਬਾ ਕੋਲੋਂ ਆਗਿਆ ਪ੍ਰਾਪਤ ਕੀਤੀ। ਬਾਬਾ ਨੇ ਵੀ ਉਹਨਾਂ ਨੂੰ ਕਾਫੀ ਇਨਾਮ ਦਿੱਤਾ। 1914 ਤੋਂ ਹਰੀਦਾਸ ਦੀ ਮੁਸ਼ਕਲ ਬਾਬਾ ਨੇ ਹਮੇਸ਼ਾ ਲਈ ਹੱਲ ਕਰ ਦਿੱਤੀ। ਉਹਨਾਂ ਨੇ ਇਹ ਕੰਮ ਪੱਕੇ ਤੌਰ ਤੇ ਦਾਸਗਨੂ ਮਹਾਰਾਜ ਨੂੰ ਸੌਂਪ ਦਿੱਤਾ। ਉਦੋਂ ਤੋਂ ਹੀ ਇਸ ਕੰਮ ਨੂੰ ਉੱਤਮ ਢੰਗ ਨਾਲ ਸਫਲਤਾ, ਸਿਆਣਪ ਅਤੇ ਪੂਰੀ ਲਗਨ ਨਾਲ ਨਿਭਾਉਂਦੇ ਰਹੇ। 1912 ਤੋਂ ਉਤਸਵ ਦੇ ਮੌਕੇ 'ਤੇ ਲੋਕਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ। ਚੇਤ 8-12 ਤਾਰੀਖ ਤੱਕ ਸ਼ਿਰਡੀ ਵਿੱਚ ਲੋਕਾਂ ਦੀ ਗਿਣਤੀ ਇੰਨੀ ਵੱਧ ਜਾਂਦੀ, ਲੱਗਦਾ ਮਧੂਮੱਖੀਆਂ ਦਾ ਛੱਤਾ ਲੱਗਿਆ ਹੋਵੇ। ਮਸ਼ਹੂਰ ਪਹਿਲਵਾਨਾਂ ਨਾਲ ਕੁਸ਼ਤੀਆਂ ਹੋਣ ਲੱਗੀਆਂ। ਗਰੀਬਾਂ ਨੂੰ ਵੱਡੀ ਮਾਤਰਾ ਵਿੱਚ ਭੋਜਨ ਕਰਾਇਆ ਜਾਂਦਾ। ਰਾਧਾ ਕ੍ਰਿਸ਼ਨ ਮਾਈ ਦੇ ਸਖਤ ਮਿਹਨਤ ਦੇ ਸਦਕੇ ਸ਼ਿਰਡੀ ਨੂੰ ਸੰਸਥਾਨ ਦਾ ਰੂਪ ਮਿਲਿਆ। ਜਾਇਦਾਦ ਵੀ ਦਿਨੋਂ ਦਿਨ ਵਧਣ ਲੱਗੀ। ਇੱਕ ਸੁੰਦਰ ਘੋੜਾ, ਪਾਲਕੀ, ਰੱਥ ਅਤੇ ਚਾਂਦੀ ਦੀਆਂ ਚੀਜ਼ਾਂ, ਭਾਂਡੇ, ਸ਼ੀਸ਼ੇ ਆਦਿ ਭਗਤਾਂ ਨੇ ਤੋਹਫੇ ਵਿੱਚ ਭੇਂਟ ਕੀਤੇ। ਉਤਸਵ ਦੇ ਮੌਕੇ ਹਾਥੀ ਵੀ ਬੁਲਾਇਆ ਜਾਂਦਾ ਸੀ। ਭਾਵੇਂ ਜਾਇਦਾਦ ਬਹੁਤ ਵਧੀ, ਪਰ ਬਾਬਾ ਇਸ ਸਭ ਤੋਂ ਹਮੇਸ਼ਾ ਦੂਰ ਰਹਿੰਦੇ ਸੀ। ਉਹ ਹਮੇਸ਼ਾ ਇਸ ਨੂੰ ਘ੍ਰਿਣਾ ਦੀ ਨਜ਼ਰ ਨਾਲ ਵੇਖਦੇ ਅਤੇ ਹਮੇਸ਼ਾ ਦੀ ਤਰ੍ਹਾਂ ਹੀ ਸਧਾਰਨ ਪੋਸ਼ਾਕ ਪਾਉਂਦੇ ਸੀ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਲੂਸ ਅਤੇ ਉਤਸਵ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਮਿਲ ਜੁਲ ਕੇ ਕੰਮ ਕਰਦੇ ਸਨ, ਪਰ ਅੱਜ ਤੱਕ ਉਹਨਾਂ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ ਅਤੇ ਨਾ ਹੀ ਕੋਈ ਮਤਭੇਦ ਵੀ ਹੋਇਆ। ਪਹਿਲਾਂ ਤਾਂ ਲੋਕਾਂ ਦੀ ਗਿਣਤੀ 5000 ਤੋਂ 7000 ਦੇ ਕਰੀਬ ਹੁੰਦੀ ਸੀ, ਪਰ ਕਿਸੇ ਸਾਲ ਤਾਂ ਇਹ ਗਿਣਤੀ 75000 ਤੱਕ ਪਹੁੰਚ ਜਾਂਦੀ ਸੀ। ਫਿਰ ਵੀ ਕਦੀ ਕੋਈ ਬਿਮਾਰੀ ਨਹੀਂ ਫੈਲੀ ਅਤੇ ਨਾ ਹੀ ਕੋਈ ਦੰਗਾ ਹੋਇਆ। ਮਸਜਿਦ ਦੀ ਮੁਰੰਮਤ। ਜਿਸ ਤਰ੍ਹਾਂ ਉਰਸ ਜਾਂ ਮੇਲਾ ਭਰਵਾਉਣ ਦਾ ਵਿਚਾਰ ਪਹਿਲਾਂ ਸ਼੍ਰੀ ਗੋਪਾਲ ਗੁੰਡ ਨੂੰ ਆਇਆ ਸੀ, ਉਸੇ ਤਰ੍ਹਾਂ ਮਸਜਿਦ ਦੀ ਮੁਰੰਮਤ ਦਾ ਵਿਚਾਰ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਆਇਆ ਸੀ। ਉਹਨਾਂ ਨੇ ਇੱਕ ਕੰਮ ਲਈ ਪੱਥਰ ਇਕੱਠੇ ਕਰਕੇ ਚੌਰਸ ਕਰਵਾਏ, ਪਰ ਇਸ ਕੰਮ ਦਾ ਸਿਹਰਾ ਉਹਨਾਂ ਨੂੰ ਨਹੀਂ ਮਿਲਣਾ ਸੀ। ਇਹ ਸੋਭਾ ਤਾਂ ਨਾਨਾ ਸਾਹਿਬ ਚਾਂਦੋੜਕਰ ਦੇ ਹਿੱਸੇ ਆਉਣੀ ਸੀ ਅਤੇ ਫਰਸ਼ ਦਾ ਕੰਮ ਨਾਨਾ ਸਾਹਿਬ ਦੀਕਸ਼ਿਤ ਦੇ ਹਿੱਸੇ ਆਇਆ। ਸ਼ੁਰੂ ਵਿੱਚ ਤਾਂ ਬਾਬਾ ਨੇ ਇਹਨਾਂ ਕੰਮਾਂ ਦੀ ਆਗਿਆ ਨਹੀਂ ਦਿੱਤੀ, ਪਰ ਸ਼ਿਰਡੀ ਦੇ ਭਗਤ ਮਾਲਸਾਪਤੀ ਨੇ ਤੇ ਬੇਨਤੀ ਕਰਨ ਨਾਲ ਬਾਬਾ ਦੀ ਆਗਿਆ ਮਿਲ ਗਈ ਅਤੇ ਇੱਕ ਰਾਤ ਵਿੱਚ ਹੀ ਮਸਜਿਦ ਦਾ ਸਾਰਾ ਫਰਸ਼ ਬਣ ਗਿਆ। ਹਾਲੇ ਤੱਕ ਬਾਬਾ ਇੱਕ ਟਾਟ ਦੇ ਟੁਕੜੇ ਉੱਪਰ ਹੀ ਬੈਠਦੇ ਸਨ। ਹੁਣ ਉਸ ਟਾਟ ਦੇ ਟੋਟੇ ਨੂੰ ਉੱਥੋਂ ਤੱਕ ਚੁੱਕ ਕੇ ਉਸਦੀ ਥਾਂ 'ਤੇ ਇੱਕ ਛੋਟੀ ਜਿਹੀ ਗੱਦੀ ਵਿਛਾ ਦਿੱਤੀ ਗਈ। 1911 ਵਿੱਚ ਸਭਾ ਮੰਡਪ ਵੀ ਸਖਤ ਮਿਹਨਤ ਨਾਲ ਠੀਕ ਹੋ ਗਿਆ। ਮਸਜਿਦ ਦਾ ਵਿਹੜਾ ਬਹੁਤ ਛੋਟਾ ਅਤੇ ਸੁਵਿਧਾਜਨਕ ਨਹੀਂ ਸੀ। ਕਾਕਾ ਸਾਹਿਬ ਦੀਕਸ਼ਿਤ ਵਿਹੜੇ ਨੂੰ ਵਧਾ ਕੇ ਉਸ ਉੱਪਰ ਛੱਤ ਬਣਵਾਉਣਾ ਚਾਹੁੰਦੇ ਸੀ। ਕਾਫੀ ਪੈਸੇ ਖਰਚ ਕੇ ਉਹਨਾਂ ਨੇ ਲੋਹੇ ਦੇ ਖੰਭੇ ਅਤੇ ਕੈਂਚੀਆਂ ਮੁੱਲ ਲਈਆਂ ਅਤੇ ਕੰਮ ਸ਼ੁਰੂ ਹੋ ਗਿਆ। ਦਿਨ ਰਾਤ ਮਿਹਨਤ ਕਰਕੇ ਭਗਤਾਂ ਨੇ ਲੋਹ ਦੇ ਖੰਭੇ ਜ਼ਮੀਨ ਵਿੱਚ ਗੱਡੇ। ਜਦੋਂ ਦੂਸਰੇ ਦਿਨ ਬਾਬਾ ਚਾਵੜੀ ਤੋਂ ਵਾਪਸ ਆਏ, ਉਹਨਾਂ ਨੇ ਖੰਭਿਆਂ ਨੂੰ ਪੁੱਟ ਕੇ ਸੁੱਟ ਦਿੱਤਾ ਤੇ ਬਹੁਤ ਗੁੱਸੇ ਹੋ ਗਏ। ਉਹ ਇੱਕ ਹੱਥ ਨਾਲ ਖੰਭਾ ਫੜ ਕੇ ਪੁੱਟਣ ਲੱਗੇ ਅਤੇ ਦੂਸਰੇ ਹੱਥ ਨਾਲ ਉਹਨਾਂ ਨਾਲ ਤਾਂਤਿਆਂ ਦਾ ਸਾਫਾ ਉਤਾਰ ਲਿਆ ਅਤੇ ਉਸਨੂੰ ਅੱਗ ਲਗਾ ਕੇ ਟੋਏ ਵਿੱਚ ਸੁੱਟ ਦਿੱਤਾ। ਬਾਬਾ ਦੀਆਂ ਅੱਖਾਂ ਅੰਗਾਰੇ ਵਾਂਗ ਲਾਲ ਹੋ ਗਈਆਂ। ਕਿਸੇ ਦੀ ਵੀ ਉਹਨਾਂ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ। ਸਾਰੇ ਬੁਰੀ ਤਰ੍ਹਾਂ ਡਰ ਗਏ ਤੇ ਪਰੇਸ਼ਾਨ ਹੋ ਗਏ ਕਿ ਹੁਣ ਕੀ ਹੋਏਗਾ। ਭਾਗੋਰੀ ਸ਼ਿੰਦੇ ਬਾਬਾ ਦੀ ਇੱਕ ਕੌੜੀ ਭਗਤ ਕੁਝ ਹਿੰਮਤ ਕਰਕੇ ਅੱਗੇ ਵਧੇ, ਪਰ ਬਾਬਾ ਨੇ ਉਹਨਾਂ ਨੂੰ ਧੱਕਾ ਦੇ ਕੇ ਪਿੱਛੇ ਧੱਕ ਦਿੱਤਾ। ਮਾਧਵ ਰਾਓ ਦੀ ਵੀ ਇਹੀ ਗਤੀ ਹੋਈ। ਬਾਬਾ ਉਹਨਾਂ ਉੱਪਰ ਵੀ ਇੱਟਾਂ ਸੁੱਟਣ ਲੱਗੇ। ਜਿਹੜਾ ਵੀ ਉਹਨਾਂ ਨੂੰ ਸ਼ਾਂਤ ਕਰ ਲਈ ਗਿਆ, ਉਸਦੀ ਇਹੀ ਹਾਲਤ ਹੋਈ। ਕੁਝ ਦੇਰ ਬਾਅਦ ਗੁੱਸਾ ਠੰਡਾ ਹੋਣ 'ਤੇ ਬਾਬਾ ਨੇ ਇੱਕ ਦੁਕਾਨਦਾਰ ਨੂੰ ਬੁਲਾਇਆ ਅਤੇ ਇੱਕ ਜ਼ਰੀਦਾਰ ਪਟਕਾ ਖਰੀਦ ਕੇ ਆਪਣੇ ਹੱਥਾਂ ਨਾਲ ਤਾਂਤਿਆਂ ਦੇ ਸਿਰ ਦੇ ਉੱਤੇ ਬੰਨ੍ਹਣ ਲੱਗ ਪਏ, ਜਿਵੇਂ ਉਸ ਨੂੰ ਕੋਈ ਵਿਸ਼ੇਸ਼ ਆਦਰ ਦਿੱਤਾ ਗਿਆ ਹੋਵੇ। ਇਹ ਅਜੀਬ ਵਿਹਾਰ ਦੇਖ ਕੇ ਭਗਤਾਂ ਨੂੰ ਹੈਰਾਨੀ ਹੋਈ। ਉਹ ਸਮਝ ਨਹੀਂ ਪਾ ਰਹੇ ਸੀ ਕਿ ਕਿਸ ਅਣਜਾਣ ਕਾਰਨ ਬਾਬਾ ਇੰਨਾ ਗੁੱਸੇ ਹੋਏ। ਉਹਨਾਂ ਨੇ ਤਾਂਤਿਆਂ ਨੂੰ ਕਿਉਂ ਮਾਰਿਆ।
ਤੇ ਫਿਰ ਉਸ ਵੇਲੇ ਹੀ ਉਹਨਾਂ ਦਾ ਗੁੱਸਾ ਕਿਉਂ ਸ਼ਾਂਤ ਹੋ ਗਿਆ। ਬਾਬਾ ਕਦੀ ਕਦੀ ਬਹੁਤ ਗੰਭੀਰ ਅਤੇ ਸ਼ਾਂਤ ਮੁਦਰਾ ਵਿੱਚ ਰਹਿੰਦੇ ਸੀ ਅਤੇ ਬੜੇ ਪਿਆਰ ਨਾਲ ਗੱਲਬਾਤ ਕਰਦੇ ਸੀ, ਪਰ ਅਚਾਨਕ ਹੀ ਬਿਨਾਂ ਕਿਸੇ ਖਾਸ ਕਾਰਨ ਤੋਂ ਉਹ ਗੁੱਸੇ ਹੋ ਜਾਂਦੇ ਸੀ। ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਦੇਖਣ ਵਿੱਚ ਆ ਚੁੱਕੀਆਂ ਸਨ, ਪਰ ਮੈਂ ਇਸ ਦਾ ਫੈਸਲਾ ਨਹੀਂ ਕਰ ਸਕਦਾ ਕਿ ਉਹਨਾਂ ਵਿੱਚੋਂ ਕਿਹੜੀ ਲਿਖਾਂ ਅਤੇ ਕਿਹੜੀ ਛੱਡਾਂ। ਇਸ ਤਰ੍ਹਾਂ ਜਿਸ ਸਿਲਸਿਲੇ ਨਾਲ ਉਹ ਯਾਦ ਆਈ ਜਾਣਗੀਆਂ ਉਸ ਤਰ੍ਹਾਂ ਮੈਂ ਉਹਨਾਂ ਦਾ ਵਰਣਨ ਕਰਾਂਗਾ। ਅਗਲੇ ਅਧਿਆਏ ਵਿੱਚ ਬਾਬਾ ਮੁਸਲਮਾਨ ਹਨ ਜਾਂ ਹਿੰਦੂ, ਇਸ ਦੀ ਸਮੀਖਿਆ ਕੀਤੀ ਜਾਏਗੀ ਅਤੇ ਉਹਨਾਂ ਦਾ ਯੋਗ, ਸਾਧਨਾ, ਸ਼ਕਤੀ ਅਤੇ ਹੋਰ ਵਿਸ਼ਿਆਂ ਤੋਂ ਵੀ ਵਿਚਾਰ ਕੀਤਾ ਜਾਏਗਾ। ਸ਼੍ਰੀ ਸਤਿਗੁਰੂ ਸਾਈਂ ਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਪਾ ਸ਼ਾਂਤੀ ਪਾਓ। ਸਪਤਾਹ ਪਰਾਇਣ ਪਹਿਲਾ ਵਿਸ਼ਰਾਮ ਸੰਪੂਰਨ। ਓਮ ਸਾਈ ਰਾਮ, ਓਮ ਸਾਈ ਰਾਮ, ਓਮ ਸਾਈ ਰਾਮ।